प्यारे बच्चों, मैं सुखविंदर लाल, साइंस मास्टर, सरकारी सीनियर सैकेंडरी स्कूल लंगड़ोआ आप जी का अज के लैक्चर में स्वागत करता हाँ। प्यारे बच्चों, अजे तक तुसी पढ़िया है कि पौधे अपना भोजन बनाने के लिए प्रकाश संश्लेषण विधि का इस्तेमाल करते हैं। परंतु बच्चों, पौधों में पोषण दी होर भी बहुत सारिया विधियां होंदियां हैं जिन्हां दे द्वारा पौधे अपना पोषण लेंदे हैं। ਆਪਾਂ ਅੱਜ ਦੇ ਲੈਕਚਰ ਦੇ ਵਿੱਚ ਪੜਾਂਗੇ ਪੌਦਿਆਂ ਵਿੱਚ ਪੋਸ਼ਣ ਦੀਆਂ ਹੋਰ ਵਿਧੀਆਂ ਮੀਨਸ ਅਦਰ ਮੋਡਸ ਆਫ ਨਿਊਟ੍ਰੀਸ਼ਨ ਇਨ ਪਲਾਂਟਸ। ਪਿਆਰੇ ਬੱਚਿਓ, ਕੁਝ ਅਜਿਹੇ ਪੌਦੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ। ਅਜਿਹੇ ਪੌਦੇ ਆਪਣਾ ਭੋਜਨ ਸੰਸ਼ਲਿਸ਼ਟ ਨਹੀਂ ਕਰ ਸਕਦੇ। ਪਿਆਰੇ ਬੱਚਿਓ, ਫਿਰ ਤੁਸੀਂ ਕਦੀ ਸੋਚਿਆ ਹੈ ਕਿ ਅਜਿਹੇ ਪੌਦੇ ਕਿਵੇਂ ਜੀਵਤ ਰਹਿੰਦੇ ਹੋਣਗੇ, अपना भोजन किवें प्राप्त करते होंगे। मनुख अते होर प्राणियों की तरह ये पौधे अपना भोजन दूसरे पेड़ पौधों तो प्राप्त करते हैं। उदाहरण के तौर पर अमरवेल, कसकटा जो कि एक परजीवी पौधा है। आओ इस चित्र की सहायता नाल देखते हैं कि ये किवें अपना भोजन प्राप्त करता है। प्यारे बच्चों, तुसी चित्र दे विच रस्सी नुमा रुख के तने ते टहनियां दे नाल लिपटी एक पीले रंग की संरचना वेख रहे हो। ये अमरबेल का पौधा है। इस विच क्लोरोफिल नहीं हुंदी। ये अपना भोजन उस पौधे तो प्राप्त करते हैं जिस उत्ते ये अरोहित जां भाव रहिंदे हुंदे हन। वो पौधा परपोशी अखवाउंदा है क्योंकि अमरबेल वर्गे पौधे मेजबान पौधे नूं ਜ਼ਰੂਰੀ ਪੋਸ਼ਕਾਂ ਤੋਂ ਵਾਂਝੇ ਕਰਦੇ ਹਨ। ਇਸ ਲਈ ਇਹਨਾਂ ਨੂੰ ਪਰਜੀਵੀ ਭਾਵ ਪੈਰਾਸਾਈਟ ਵੀ ਆਖਦੇ ਹਨ। ਪਿਆਰੇ ਬੱਚਿਓ, ਸਾਡਾ ਖੂਨ ਚੂਸਣ ਵਾਲੇ ਮੱਛਰ, ਖੱਟਮਲ, ਜੂੰ ਅਤੇ ਜੋਕ ਵਰਗੇ ਜੀਵ ਵੀ ਪਰਜੀਵੀ ਹੀ ਹੁੰਦੇ ਹਨ ਕਿਉਂਕਿ ਇਹ ਵੀ ਆਪਣੇ ਮੇਜ਼ਬਾਨ ਦੇ ਪੋਸ਼ਕਾਂ ਉੱਪਰ ਨਿਰਭਰ ਕਰਦੇ ਹਨ। ਪਿਆਰੇ ਬੱਚਿਓ, ਕੀ ਤੁਸੀਂ ਕਦੇ ਅਜਿਹੇ ਪੌਦਿਆਂ ਨੂੰ ਵੇਖਿਆ ਜਾਂ ਸੁਣਿਆ ਹੈ ਜੋ ਜੰਤੂਆਂ ਜਾਂ ਕੀਟਾਂ ਨੂੰ ਖਾਂਦੇ ਹਨ? ਜੀ ਹਾਂ, ਕੁਝ ਅਜਿਹੇ ਵੀ ਪੌਦੇ ਹੁੰਦੇ ਹਨ ਜੋ ਕੀਟਾਂ ਨੂੰ ਫੜਦੇ ਹਨ ਅਤੇ ਉਹਨਾਂ ਨੂੰ ਪਚਾ ਜਾਂਦੇ ਹਨ। ਅਜਿਹੇ ਪੌਦੇ ਹਰੇ ਜਾਂ ਹੋਰ ਕਿਸੇ ਵੀ ਰੰਗ ਦੇ ਹੋ ਸਕਦੇ ਹਨ। ਉਹ ਪੌਦੇ ਜੋ ਕੀਟਾਂ ਨੂੰ ਖਾਂਦੇ ਹਨ ਉਹਨਾਂ ਨੂੰ ਕੀਟ ਆਹਾਰੀ ਪੌਦੇ ਆਖਦੇ ਹਨ। ਜੋ ਪੌਦੇ ਕੀਟਾਂ ਨੂੰ ਖਾਂਦੇ ਹਨ ਉਹਨਾਂ ਨੂੰ ਕੀਟ ਆਹਾਰੀ ਭਾਵ ਇਨਸੈਕਟੀਵੋਰਸ ਪਲਾਂਟ ਆਖਦੇ ਹਨ। ਉਦਾਹਰਨ ਦੇ ਤੌਰ ਦੇ ਉੱਤੇ ਪਿਚਰ ਪਲਾਂਟ ਜਿਸ ਨੂੰ ਘੜਾ, ਬੂਟੀ ਪੌਦਾ ਆਖਦੇ ਹਨ, ਇੱਕ ਇਨਸੈਕਟੀਵੋਰਸ ਪਲਾਂਟ ਹੈ। ਆਓ ਇਸ ਪੌਦੇ ਦੇ ਬਾਰੇ ਜਾਣਦੇ ਹਾਂ। ਪਿਆਰੇ ਬੱਚਿਓ, ਘੜਾਨੁਮਾ ਬਣਤਰ ਅਸਲ ਵਿੱਚ ਇਹਨਾਂ ਪੌਦਿਆਂ ਦੇ ਪੱਤਿਆਂ ਦਾ ਹੀ ਰੂਪਾਂਤਰਿਤ ਰੂਪ ਹੁੰਦਾ ਹੈ। ਇਸ ਬਣਤਰ ਵਿੱਚ ਗ੍ਰੰਥੀਆਂ ਮੀਨਜ਼ ਗਲੈਂਡਸ ਹੁੰਦੀਆਂ ਹਨ ਜੋ ਨੈਕਟਰ ਜਾਂ ਰਸ ਛੱਡਦੀਆਂ ਹਨ। ਕੀਟ ਇਹਨਾਂ ਰਸਾਂ ਨੂੰ ਖਾਣ ਲਈ ਇਹਨਾਂ ਵੱਲ ਆਕਰਸ਼ਿਤ ਹੁੰਦੇ ਹਨ। ਇਹਨਾਂ ਦੀਆਂ ਅੰਦਰਲੀਆਂ ਕੰਧਾਂ ਮੋਮੀ ਮੀਨਜ਼ ਵੈਕਸੀ ਹੁੰਦੀਆਂ ਹਨ। ਕੀਟ ਫਿਸਲ ਕੇ ਇਹਨਾਂ ਵਿੱਚ ਡਿੱਗ ਜਾਂਦੇ ਹਨ। ਇਹਨਾਂ ਘੜੇਨੁਮਾ ਬਣਤਰਾਂ ਵਿੱਚ ਪਾਚਕ ਰਸ ਭਰੇ ਹੁੰਦੇ ਹਨ ਜੋ ਕੀਟਾਂ ਨੂੰ ਪਚਾ ਜਾਂਦੇ ਹਨ। ਬੱਚਿਓ, ਤੁਹਾਡੇ ਦਿਮਾਗ ਵਿੱਚ ਸਵਾਲ ਉੱਠਦਾ ਹੋਵੇਗਾ ਕਿ ਇਹ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਤਾਂ ਕਰ ਸਕਦੇ ਹਨ, ਫਿਰ ਇਹ ਕੀਟਾਂ ਨੂੰ ਕਿਉਂ ਖਾਂਦੇ ਹਨ? ਬੱਚਿਓ, ਪ੍ਰਕਾਸ਼ ਸੰਸ਼ਲੇਸ਼ਣ ਵਿਧੀ ਦੇ ਨਾਲ ਇਹ ਕਾਰਬੋਹਾਈਡਰੇਟ ਤਾਂ ਪ੍ਰਾਪਤ ਕਰ ਲੈਂਦੇ ਹਨ ਪਰੰਤੂ ਇਹ ਵਾਤਾਵਰਣ ਦੀ ਨਾਈਟ੍ਰੋਜਨ ਦਾ ਸਥਿਰੀਕਰਨ ਨਹੀਂ ਕਰ ਸਕਦੇ। ਇਹ ਕੀਟਾਂ ਦੇ ਵਿਚਕਾਰ ਦੀ ਨਾਈਟ੍ਰੋਜਨ ਨੂੰ ਸੋਖਿਤ ਕਰਨ ਲਈ ਕੀਟਾਂ ਨੂੰ ਪਹੁੰਚਾਉਂਦੇ ਹਨ। ਪਿਆਰੇ ਬੱਚਿਓ, ਤੁਸੀਂ ਖੁੰਬਾਂ ਮੀਨਜ਼ ਮਸ਼ਰੂਮਸ ਅਤੇ ਵਰਖਾ ਦੇ ਦਿਨਾਂ ਵਿੱਚ ਰੁੱਖਾਂ ਦੀਆਂ ਸੜੀਆਂ, ਗਲੀਆਂ
ਟੁੱਟੀਆਂ ਟਾਹਣੀਆਂ ਅਤੇ ਤਣਿਆਂ ਦੇ ਸੱਕ ਉੱਤੇ ਛਤਰੀ ਵਰਗੀਆਂ ਸੰਰਚਨਾਵਾਂ ਦੇ ਗੁੱਛੇ ਵੀ ਦੇਖੇ ਹੋਣਗੇ। ਬੱਚਿਓ, ਤੁਸੀਂ ਬ੍ਰੈਡ ਜਾਂ ਡਬਲ ਰੋਟੀ ਉੱਪਰ ਹਰੇ, ਭੂਰੇ, ਸਫੈਦ ਜਾਂ ਕਿਸੇ ਹੋਰ ਰੰਗ ਦੇ ਧੱਬੇ ਤਾਂ ਜ਼ਰੂਰ ਦੇਖੇ ਹੋਣਗੇ। ਕਿਸੇ ਵੱਟਦਰਸ਼ੀ ਲੈਂਜ਼ ਜਾਂ ਸੂਖਮਦਰਸ਼ੀ ਮੀਨਜ਼ ਮਾਈਕਰੋਸਕੋਪ ਦੀ ਮਦਦ ਨਾਲ ਇਹਨਾਂ ਨੂੰ ਵੇਖੋ। ਤੁਸੀਂ ਧਾਗਿਆਂ ਵਰਗੀਆਂ ਸੰਰਚਨਾਵਾਂ ਦੇਖੋਗੇ। ਇਹ ਜੀਵ ਉੱਲੀ ਮੀਨਜ਼ ਫੰਜਾਈ ਅਖਵਾਉਂਦੇ ਹਨ। ਇਹ ਆਪਣਾ ਪੋਸ਼ਣ ਕਿਸ ਤਰ੍ਹਾਂ ਕਰਦੇ ਹੋਣਗੇ? ਇਹਨਾਂ ਦੇ ਵਿੱਚ ਤਾਂ ਕਲੋਰੋਫਿਲ ਵੀ ਨਹੀਂ ਹੁੰਦੀ, ਇਹਨਾਂ ਦਾ ਤਾਂ ਮੂੰਹ ਵੀ ਨਹੀਂ ਹੁੰਦਾ। ਫਿਰ ਇਹ ਆਪਣਾ ਪੋਸ਼ਣ ਕਿਵੇਂ ਸੋਖਿਤ ਕਰਦੇ ਹੋਣਗੇ? ਇਹ ਮਿਰਤ ਜਾਂ ਵਿਘਟਨਕਾਰੀ ਮੀਨਜ਼ ਡੀਕੰਪੋਜ਼ਿੰਗ ਵਸਤੂਆਂ ਦੀ ਸਤ੍ਹਾ ਉੱਪਰ ਪਾਚਕ ਰਸਾਂ ਦਾ ਰਿਸਾਅ ਕਰਦੇ ਹਨ, ਜਿਸ ਨਾਲ ਉਹ ਘੋਲ ਰੂਪ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਉਸ ਉਪਰੰਤ ਇਹ ਘੋਲ ਨੂੰ ਆਪਣੇ ਵਿੱਚ ਸੋਖਣ ਕਰਦੇ ਹਨ। ਇਸ ਤਰ੍ਹਾਂ ਦੀ ਪੋਸ਼ਣ ਪ੍ਰਣਾਲੀ ਨੂੰ, ਜਿਸ ਵਿੱਚ ਜੀਵ ਕਿਸੇ ਮਿਰਤ ਜਾਂ ਵਿਘਟਿਤ ਜੈਵਿਕ ਪਦਾਰਥਾਂ ਤੋਂ ਪੋਸ਼ਕ ਤੱਤ ਪ੍ਰਾਪਤ ਕਰਦੇ ਹਨ, ਮਿਰਤ ਜੀਵੀ ਪੋਸ਼ਣ ਮੀਨਸ ਸੈਪਰੋਫਿਟਿਕ ਨਿਊਟ੍ਰੀਸ਼ਨ, ਮਿਰਤ ਆਹਾਰੀ ਜੀਵ ਜਾਂ ਸੈਪਰੋਫਿਟਿਕ ਨਿਊਟ੍ਰੀਸ਼ਨ ਅਖਵਾਉਂਦੀ ਹੈ। ਅਜਿਹੇ ਜੀਵਾਂ ਨੂੰ ਮਿਰਤ ਆਹਾਰੀ ਜੀਵ ਭਾਵ ਸੈਪਰੋਟ੍ਰੋਪਸ ਆਖਦੇ ਹਨ। ਉੱਲੀ ਮੀਨਜ਼ ਫੰਗਸ ਅਚਾਰ, ਚਮੜੇ, ਕੱਪੜੇ ਅਤੇ ਹੋਰ ਪਦਾਰਥਾਂ ਉੱਤੇ ਉੱਗਦੇ ਹਨ। ਇਹ ਉਹਨਾਂ ਥਾਵਾਂ ਉੱਤੇ ਵੀ ਉੱਗਦੇ ਹਨ ਜੋ ਸਿੱਲੇ ਅਤੇ ਗਰਮ ਹੋਣ। ਉੱਲੀ ਦੇ ਵਾਧੇ ਲਈ ਵਰਖਾ ਰੁੱਤ ਸਭ ਤੋਂ ਵਧੀਆ ਅਵਸਥਾਵਾਂ ਪ੍ਰਦਾਨ ਕਰਦੀ ਹੈ। ਇਸੇ ਕਾਰਨ ਵਰਖਾ ਰੁੱਤ ਦੇ ਦੌਰਾਨ ਅਨੇਕਾਂ ਵਸਤਾਂ ਉੱਲੀ ਦੇ ਵਾਧੇ ਦਾ ਕਾਰਨ ਨਸ਼ਟ ਅਤੇ ਅਣਉਪਯੋਗੀ ਹੋ ਜਾਂਦੀਆਂ ਹਨ। ਆਮ ਤੌਰ 'ਤੇ ਉੱਲੀ ਦੇ ਬੀਜਾਣੂ ਹਵਾ ਵਿੱਚ ਮੌਜੂਦ ਹੁੰਦੇ ਹਨ। ਜਦੋਂ ਉਹ ਕਿਸੇ ਅਜਿਹੇ ਜੈਵ ਪਦਾਰਥ ਜਾਂ ਉਪਜ ਉੱਤੇ ਡਿੱਗਦੇ ਹਨ ਜੋ ਸਿੱਲਾ ਅਤੇ ਗਰਮ ਹੋਵੇ, ਤਾਂ ਪੁੰਗਰ ਕੇ ਇੱਕ ਨਵੀਂ ਉੱਲੀ ਨੂੰ ਜਨਮ ਦਿੰਦੇ ਹਨ। ਕੁਝ ਜੀਵ ਇੱਕ ਦੂਜੇ ਦੇ ਨਾਲ ਰਹਿੰਦੇ ਹਨ ਅਤੇ ਆਪਣਾ ਆਸਰਾ ਅਤੇ ਪੋਸ਼ਕ ਤੱਤ ਇੱਕ ਦੂਜੇ ਨਾਲ ਵੰਡਦੇ ਹਨ। ਇਸ ਨੂੰ ਸਹਿਜੀਵੀ ਮੀਨਸ ਸਿੰਬਾਇਓਟਿਕ ਸੰਬੰਧ ਆਖਦੇ ਹਨ। ਉਦਾਹਰਨ ਵਜੋਂ ਕੁਝ ਉੱਲੀਆਂ ਰੁੱਖਾਂ ਦੀਆਂ ਜੜ੍ਹਾਂ ਵਿੱਚ ਰਹਿੰਦੀਆਂ ਹਨ। ਰੁੱਖ ਉੱਲੀ ਨੂੰ ਪੋਸ਼ਣ ਪ੍ਰਦਾਨ ਕਰਦੇ ਹਨ ਅਤੇ ਉੱਲੀ ਰੁੱਖਾਂ ਨੂੰ ਪਾਣੀ ਅਤੇ ਸੋਖਣ ਵਿੱਚ ਸਹਾਇਤਾ ਕਰਦੀ ਹੈ। ਲਾਈਕਨ ਜਿਸ ਨੂੰ ਅਸੀਂ ਇੰਗਲਿਸ਼ ਵੀ ਲਾਈਕਨਸ ਹੀ ਆਖਦੇ ਹਾਂ। ਕਹੇ ਜਾਣ ਵਾਲੇ ਕੁਝ ਜੀਵ ਵਿੱਚ ਦੋ ਹਿੱਸੇਦਾਰ ਹੁੰਦੇ ਹਨ। ਇਹਨਾਂ ਵਿੱਚ ਇੱਕ ਕਾਈ ਹੁੰਦੀ ਹੈ ਅਤੇ ਦੂਜੀ ਉੱਲੀ। ਇਸ ਦੇ ਵਿੱਚ ਦੋ ਹਿੱਸੇ ਕਾਈ ਤੇ ਪਲੱਸ ਉੱਲੀ ਹੁੰਦੇ ਹਨ। ਕਾਈ ਵਿੱਚ ਕਲੋਰੋਫਿਲ ਹੁੰਦੀ ਹੈ ਅਤੇ ਉੱਲੀ ਵਿੱਚ ਕਲੋਰੋਫਿਲ ਨਹੀਂ ਹੁੰਦੀ। ਭਾਵ ਕਾਈ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰ ਸਕਦੀ ਹੈ, ਆਪਣਾ ਭੋਜਨ ਬਣਾ ਸਕਦੀ ਹੈ, ਪਰੰਤੂ ਉੱਲੀ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਕਰ ਸਕਦੀ। ਉੱਲੀ ਕਾਈ ਨੂੰ ਰਹਿਣ ਲਈ ਥਾਂ, ਪਾਣੀ ਅਤੇ ਪੋਸ਼ਕ ਤੱਤ ਦਿੰਦੀ ਹੈ ਅਤੇ ਬਦਲੇ ਵਿੱਚ ਕਾਈ ਪ੍ਰਕਾਸ਼ ਸੰਸਲੇਸ਼ਨ ਦੁਆਰਾ ਬਣਾਇਆ ਹੋਇਆ ਭੋਜਨ ਉੱਲੀ ਨੂੰ ਦਿੰਦੀ ਹੈ। ਇਸ ਤਰ੍ਹਾਂ ਦੋਨੇ ਵੱਖ-ਵੱਖ ਸ਼੍ਰੇਣੀਆਂ ਦੇ ਜੀਵ ਇਕੱਠੇ ਇੱਕ ਦੂਜੇ ਦਾ ਫਾਇਦਾ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਪਸਾਰਾ ਕਰਦੇ ਹਨ। ਉੱਲੀਆਂ ਦੀਆਂ ਹਾਨੀਆਂ। ਪਿਆਰੇ ਬੱਚਿਓ, ਅਸੀਂ ਦੇਖਿਆ ਹੈ ਕਿ ਨੰਬਰ 1, ਉੱਲੀਆਂ ਸਾਡੀਆਂ ਸਬਜ਼ੀਆਂ, ਅਚਾਰ ਅਤੇ ਹੋਰ ਖਾਣ ਵਾਲੀਆਂ ਵਸਤਾਂ ਨੂੰ ਨਸ਼ਟ ਕਰ ਦਿੰਦੀਆਂ ਹਨ। ਨੰਬਰ 2, ਇਹ ਸਾਡੀਆਂ ਜ਼ਰੂਰੀ ਵਸਤਾਂ ਜਿਵੇਂ ਲੈਦਰ ਤੋਂ ਬਣੇ ਬੂਟ, ਜੈਕਟਾਂ, ਪਰਸ, ਕੱਪੜੇ ਆਦਿ ਨੂੰ ਖਰਾਬ ਕਰ ਦਿੰਦੀਆਂ ਹਨ। ਨੰਬਰ 3, ਉੱਲੀਆਂ
ਜਿਵੇਂ ਕਣਕ ਦੀ ਕਾਲੀ ਕੁੰਗੀ ਸਾਡੀਆਂ ਫਸਲਾਂ ਨੂੰ ਨਸ਼ਟ ਕਰ ਦਿੰਦੀਆਂ ਹਨ। ਨੰਬਰ 4, ਕੁਝ ਉੱਲੀਆਂ ਮਨੁੱਖਾਂ ਅਤੇ ਹੋਰ ਜੀਵਾਂ ਵਿੱਚ ਰੋਗ ਜਿਵੇਂ ਦਾਦ, ਖਾਰਸ਼ ਆਦਿ ਪੈਦਾ ਕਰਦੀਆਂ ਹਨ। ਉੱਲੀਆਂ ਦੇ ਲਾਭ। ਨੰਬਰ 1, ਕੁਝ ਉੱਲੀਆਂ ਜਿਵੇਂ ਮਸ਼ਰੂਮ ਖਾਣ ਦੇ ਕੰਮ ਆਉਂਦੀਆਂ ਹਨ। ਨੰਬਰ 2, ਯੀਸਟ ਬ੍ਰੈਡ ਅਤੇ ਸ਼ਰਾਬ ਬਣਾਉਣ ਦੇ ਕੰਮ ਆਉਂਦੀ ਹੈ। ਬਹੁਤ ਸਾਰੀਆਂ ਉੱਲੀਆਂ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ ਪ੍ਰਤੀਜੈਵਿਕ ਦਵਾਈਆਂ ਬਣਾਉਣ ਦੇ ਕੰਮ ਆਉਂਦੀਆਂ ਹਨ। ਬੱਚਿਓ, ਅਸੀਂ ਪੜ੍ਹਨ ਜਾ ਰਹੇ ਹਾਂ ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਸ ਤਰ੍ਹਾਂ ਹੁੰਦੀ ਹੈ। ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਸ ਤਰ੍ਹਾਂ ਹੁੰਦੀ ਹੈ means how nutrients are replenished in the soil. How nutrients are replenished in soil. ਪਿਆਰੇ ਬੱਚਿਓ, ਤੁਸੀਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਂ ਮਾਲੀ ਨੂੰ ਬਗੀਚੇ ਦੇ ਲਾਣ ਵਿੱਚ ਖਾਦ ਜਾਂ ਰੇਹ ਪਾਉਂਦੇ ਵੇਖਿਆ ਹੋਵੇਗਾ। ਉਹ ਅਜਿਹਾ ਕਿਉਂ ਕਰਦੇ ਹਨ? ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ ਪੌਦੇ ਪੋਸ਼ਕ ਤੱਤ ਮਿੱਟੀ 'ਚ ਪ੍ਰਾਪਤ ਕਰਦੇ ਹਨ। ਜਿਨ੍ਹਾਂ ਦੀ ਮਿੱਟੀ ਦੇ ਵਿੱਚ ਕਮੀ ਹੋ ਜਾਂਦੀ ਹੈ, ਖਾਦ ਜਾਂ ਰੇਹ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਵਰਗੇ ਤੱਤ ਮੌਜੂਦ ਹੁੰਦੇ ਹਨ। ਭੂਮੀ ਵਿੱਚ ਇਹਨਾਂ ਤੱਤਾਂ ਦੀ ਮਾਤਰਾ ਭਰਪੂਰ ਰੱਖਣੀ ਪੈਂਦੀ ਹੈ। ਇਹਨਾਂ ਦੀ ਮਾਤਰਾ ਦਾ ਅਗਰ ਗਿਆਨ ਹੋਵੇ ਤਾਂ ਅਸੀਂ ਤੰਦਰੁਸਤ ਪੌਦੇ ਪੈਦਾ ਕਰ ਸਕਦੇ ਹਾਂ। ਰਾਈਜ਼ੋਬੀਅਮ ਨਾਈਟ੍ਰੋਜਨ ਦਾ ਸਥਿਰੀਕਰਨ ਕਰ ਸਕਦੇ ਹਨ, ਪਰੰਤੂ ਭੋਜਨ ਨਹੀਂ ਬਣਾ ਸਕਦੇ। ਰਾਈਜ਼ੋਬੀਅਮ ਮਟਰ, ਛੋਲੇ, ਮੂੰਗੀ, ਸੇਮ ਜਾਂ ਫਲੀਦਾਰ ਪੌਦਿਆਂ ਦੇ ਜੜ੍ਹਾਂ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਨਾਈਟ੍ਰੋਜਨ ਦੀ ਸਪਲਾਈ ਕਰਦੇ ਹਨ। ਪੌਦੇ ਰਾਈਜ਼ੋਬੀਅਮ ਨੂੰ ਆਸਰਾ ਅਤੇ ਭੋਜਨ ਦਿੰਦੇ ਹਨ, ਭਾਵ ਰਾਈਜ਼ੋਬੀਅਮ ਅਤੇ ਫਲੀਦਾਰ ਪੌਦਿਆਂ ਵਿੱਚ ਸਹਿਜੀਵੀ ਸੰਬੰਧ ਹੁੰਦਾ ਹੈ। ਮਿੱਟੀ ਵਿੱਚ ਪੋਸ਼ਕਾਂ ਦੀ ਦੁਆਰਾ ਪੂਰਤੀ ਕਿਸ ਤਰ੍ਹਾਂ ਹੁੰਦੀ ਹੈ? How nutrients are replenished in the soil. ਪਿਆਰੇ ਬੱਚਿਓ, ਕੀ ਤੁਸੀਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਂ ਮਾਲੀ ਨੂੰ ਬਗੀਚੇ ਦੇ ਲਾਣ ਜਾਂ ਗਮਲਿਆਂ ਵਿੱਚ ਖਾਦ ਜਾਂ ਰੇਹ ਪਾਉਂਦੇ ਵੇਖਿਆ ਹੈ? ਕੀ ਤੁਸੀਂ ਜਾਣਦੇ ਹੋ ਕਿ ਉਹ ਇਹਨਾਂ ਨੂੰ ਮਿੱਟੀ ਵਿੱਚ ਕਿਉਂ ਮਿਲਾਉਂਦੇ ਹਨ? ਬੱਚਿਓ, ਤੁਸੀਂ ਪੜ੍ਹ ਚੁੱਕੇ ਹੋ ਕਿ ਪੌਦੇ ਮਿੱਟੀ ਤੋਂ ਖਣਿਜ ਪੋਸ਼ਕ ਤੱਤ ਸੋਖਤ ਕਰਦੇ ਹਨ। ਇਸ ਲਈ ਮਿੱਟੀ ਵਿੱਚ ਇਹਨਾਂ ਦੀ ਮਾਤਰਾ ਲਗਾਤਾਰ ਘਟਦੀ ਜਾਂਦੀ ਹੈ। ਖਾਦ ਅਤੇ ਰੇਹ ਵਿੱਚ ਪੌਦਿਆਂ ਲਈ ਨਾਈਟ੍ਰੋਜਨ, ਪੋਟਾਸ਼ੀਅਮ, ਫਾਸਫੋਰਸ ਵਰਗੇ ਜ਼ਰੂਰੀ ਪੋਸ਼ਕ ਹੁੰਦੇ ਹਨ। ਪੌਦਿਆਂ ਦੁਆਰਾ ਲਗਾਤਾਰ ਵਰਤੋਂ ਕੀਤੇ ਜਾਣ ਦੇ ਕਾਰਨ ਮਿੱਟੀ ਵਿੱਚ ਉਹਨਾਂ ਦੀ ਮਾਤਰਾ ਹੌਲੀ-ਹੌਲੀ ਘਟ ਜਾਂਦੀ ਹੈ। ਇਸ ਲਈ ਮਿੱਟੀ ਵਿੱਚ ਇਹਨਾਂ ਤੱਤਾਂ ਨੂੰ ਭਰਪੂਰ ਰੱਖਣ ਲਈ ਭੂਮੀ ਵਿੱਚ ਖਾਦਾਂ ਅਤੇ ਰੇਹ ਮਿਲਾਉਣ ਦੀ ਜ਼ਰੂਰਤ ਹੁੰਦੀ ਹੈ। ਜੇ ਸਾਨੂੰ
ਪੌਦੇ ਦੇ ਪੋਸ਼ਣ ਦੀ ਜ਼ਰੂਰਤ ਬਾਰੇ ਗਿਆਨ ਹੋਵੇ ਤਾਂ ਨਾ ਸਿਰਫ ਪੌਦਿਆਂ ਨੂੰ ਅਸੀਂ ਉਗਾ ਸਕਦੇ ਹਾਂ, ਸਗੋਂ ਅਸੀਂ ਉਹਨਾਂ ਨੂੰ ਤੰਦਰੁਸਤ ਵੀ ਰੱਖ ਸਕਦੇ ਹਾਂ। ਬੱਚਿਓ, ਪੌਦਿਆਂ ਨੂੰ ਪ੍ਰੋਟੀਨ ਬਣਾਉਣ ਲਈ ਆਮ ਤੌਰ 'ਤੇ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ। ਫਸਲ ਕਟਾਈ ਦੇ ਬਾਅਦ ਵਿੱਚ ਮਿੱਟੀ ਵਿੱਚ ਨਾਈਟ੍ਰੋਜਨ ਦੀ ਕਮੀ ਹੋ ਜਾਂਦੀ ਹੈ। ਭਾਵੇਂ ਹਵਾ ਵਿੱਚ ਨਾਈਟ੍ਰੋਜਨ ਵੱਡੀ ਮਾਤਰਾ ਵਿੱਚ ਉਪਲਬਧ ਹੁੰਦੀ ਹੈ, ਪਰੰਤੂ ਪੌਦੇ ਇਸ ਦੀ ਵਰਤੋਂ ਉਸ ਤਰ੍ਹਾਂ ਨਾਲ ਕਰਨ ਵਿੱਚ ਅਸਮਰਥ ਹਨ ਜਿਵੇਂ ਉਹ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰ ਸਕਦੇ ਹਨ। ਪੌਦੇ ਨਾਈਟ੍ਰੋਜਨ ਨੂੰ ਘੋਲ ਰੂਪ ਵਿੱਚ ਹੀ ਸੋਖਿਤ ਕਰ ਸਕਦੇ ਹਨ। ਕੁਝ ਜੀਵਾਣੂ ਜੋ ਰਾਈਜ਼ੋਬੀਅਮ ਅਖਵਾਉਂਦੇ ਹਨ, ਵਾਯੂਮੰਡਲੀ ਨਾਈਟ੍ਰੋਜਨ ਨੂੰ ਘੋਲ ਪਦਾਰਥ ਵਿੱਚ ਪਰਿਵਰਤਿਤ ਕਰ ਦਿੰਦੇ ਹਨ, ਪਰੰਤੂ ਰਾਈਜ਼ੋਬੀਅਮ ਆਪਣਾ ਭੋਜਨ ਖੁਦ ਨਹੀਂ ਬਣਾ ਸਕਦੇ। ਇਹ ਛੋਲੇ, ਮਟਰ, ਮੂੰਗੀ, ਸੇਮ ਅਤੇ ਹੋਰ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਨਾਈਟ੍ਰੋਜਨ ਦੀ ਸਪਲਾਈ ਕਰਦੇ ਹਨ। ਵਧੇਰੇ ਦਾਲਾਂ ਫਲੀਦਾਰ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ ਹਨ। ਇਸ ਦੇ ਬਦਲੇ ਪੌਦੇ ਰਾਈਜ਼ੋਬੀਅਮ ਜੀਵਾਣੂ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦੇ ਹਨ। ਇਸ ਲਈ ਉਹਨਾਂ ਵਿੱਚ ਸਹਿਜੀਵੀ ਸੰਬੰਧ ਹੁੰਦਾ ਹੈ। ਇਸ ਸੰਬੰਧ ਦਾ ਕਿਸਾਨਾਂ ਲਈ ਵਿਸ਼ੇਸ਼ ਮਹੱਤਵ ਹੈ। ਦਾਲਾਂ ਦੀਆਂ ਫਸਲਾਂ ਦੇ ਲਈ ਉਹਨਾਂ ਨੂੰ ਮਿੱਟੀ ਵਿੱਚ ਨਾਈਟ੍ਰੋਜਨ ਖਾਦ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਇਹੀ ਨਹੀਂ, ਦਾਲ ਦੀ ਫਸਲ ਉਗਾਉਣ ਤੋਂ ਬਾਅਦ ਅਗਲੇਰੀ ਫਸਲ ਲਈ ਵੀ ਆਮ ਤੌਰ 'ਤੇ ਖਾਦਾਂ ਦੀ ਜ਼ਰੂਰਤ ਨਹੀਂ ਰਹਿੰਦੀ। ਪਿਆਰੇ ਬੱਚਿਓ, ਤੁਸੀਂ ਦਿੱਤੀ ਹੋਈ ਤਸਵੀਰ ਵਿੱਚ ਕੁਝ ਪੌਦਿਆਂ ਦੀਆਂ ਜੜ੍ਹਾਂ ਮੀਨਜ਼ ਰੂਟਸ ਦੇਖ ਰਹੇ ਹੋ। ਕੀ ਤੁਸੀਂ ਇਹਨਾਂ ਜੜ੍ਹਾਂ ਅਤੇ ਆਮ ਪੌਦਿਆਂ ਦੀਆਂ ਜੜ੍ਹਾਂ ਵਿੱਚ ਅੰਤਰ ਸਪਸ਼ਟ ਕਰ ਸਕਦੇ ਹੋ? ਬੱਚਿਓ, ਇਹਨਾਂ ਜੜ੍ਹਾਂ ਵਿੱਚ ਤੁਸੀਂ ਗੱਠਾਂ ਵਰਗੀਆਂ ਰਚਨਾਵਾਂ ਦੇਖ ਰਹੇ ਹੋ। ਇਹ ਰਚਨਾਵਾਂ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਜਿਵੇਂ ਮਟਰ, ਦਾਲਾਂ ਜਿਵੇਂ ਛੋਲੇ, ਮਸਰ, ਮੂੰਗੀ, ਮਾਂ ਆਦਿ ਪੌਦਿਆਂ ਦੀਆਂ ਜੜ੍ਹਾਂ ਵਿੱਚ ਆਮ ਦੇਖਣ ਨੂੰ ਮਿਲਦੀਆਂ ਹਨ। ਪਿਆਰੇ ਬੱਚਿਓ, ਤੁਸੀਂ ਮੂੰਗਫਲੀ ਤਾਂ ਜ਼ਰੂਰ ਖਾਧੀ ਹੋਵੇਗੀ। ਮੂੰਹ 'ਚ ਪਾਣੀ ਆ ਗਿਆ ਨਾ? ਕੀ ਤੁਸੀਂ ਮੂੰਗਫਲੀ ਦੀ ਜੜ ਵੀ ਦੇਖੀ ਹੈ? ਇਸ ਜੜ ਉੱਪਰ ਵੀ ਗੱਠਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ। ਇਹਨਾਂ ਗੱਠਾਂ ਵਰਗੀਆਂ ਰਚਨਾਵਾਂ ਨੂੰ ਰੂਟ ਨੋਡਿਊਲਸ ਆਖਦੇ ਹਨ। ਬੱਚਿਓ, ਅਗਰ ਇਹਨਾਂ ਰਚਨਾਵਾਂ ਜਾਂ ਗੱਠਾਂ ਦਾ ਅਧਿਐਨ ਸੂਖਮਦਰਸ਼ੀ ਰਾਹੀਂ ਕਰੀਏ ਤਾਂ ਇਹਨਾਂ ਵਿੱਚ ਰਾੜ ਆਕਾਰ ਦਾ ਜੀਵਾਣੂ, ਜਿਸ ਨੂੰ ਰਾਈਜ਼ੋਬੀਅਮ ਆਖਦੇ ਹਨ, ਦਿਖਾਈ ਦਿੰਦਾ ਹੈ। ਬੱਚਿਓ, ਤੁਹਾਡੇ ਦਿਮਾਗ ਵਿੱਚ ਇਹ ਖਿਆਲ ਤਾਂ ਜ਼ਰੂਰ ਆਉਂਦਾ ਹੋਵੇਗਾ ਕਿ ਇਹ ਜੀਵਾਣੂ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਹੀ ਕਿਉਂ ਮਿਲਦੇ ਹਨ। ਬੱਚਿਓ, ਅਸੀਂ
ਪੜ੍ਹ ਚੁੱਕੇ ਹਾਂ ਕਿ ਇਹ ਪੌਦੇ ਵਾਤਾਵਰਣ ਦੀ ਨਾਈਟ੍ਰੋਜਨ ਦਾ ਸਥਿਰੀਕਰਨ ਨਹੀਂ ਕਰ ਸਕਦੇ। ਇਸ ਲਈ ਇਹਨਾਂ ਦੀਆਂ ਜੜ੍ਹਾਂ ਵਿੱਚ ਇਸ ਜੀਵਾਣੂ ਦੀ ਜ਼ਰੂਰਤ ਹੁੰਦੀ ਹੈ। ਇਹ ਜੀਵਾਣੂ ਸਹਿਜੀਵੀ ਹੁੰਦੇ ਹਨ। ਇਹ ਪੌਦਿਆਂ ਨੂੰ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਦਿੰਦੇ ਹਨ। ਬਦਲੇ ਵਿੱਚ ਇਹ ਪੌਦਿਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ ਜੋ ਕਿ ਇਹ ਬਣਾਉਣ ਦੇ ਅਸਮਰਥ ਹੁੰਦੇ ਹਨ। ਪਿਆਰੇ ਬੱਚਿਓ, ਤੁਸੀਂ ਇਸ ਚੈਪਟਰ ਦੇ ਵਿੱਚ ਕੁਝ ਪ੍ਰਮੁੱਖ ਸ਼ਬਦ ਕੀਵਰਡਸ ਜੋ ਸਿੱਖੇ ਹਨ ਉਹ ਇਸ ਤਰ੍ਹਾਂ ਹਨ, ਜਿਵੇਂ ਕਿ ਕਲੋਰੋਫਿਲ। ਇਹ ਪੌਦਿਆਂ ਦੇ ਪੱਤਿਆਂ ਵਿੱਚ ਪਾਇਆ ਜਾਣ ਵਾਲਾ ਇੱਕ ਹਰੇ ਰੰਗ ਦਾ ਵਰਣਕ ਹੈ। ਇਸ ਤੋਂ ਬਿਨਾਂ ਪੌਦੇ ਪ੍ਰਕਾਸ਼ ਸੰਸਲੇਸ਼ਨ ਨਹੀਂ ਕਰ ਸਕਦੇ। ਸਟੋਮੈਟਾ। ਪਿਆਰੇ ਬੱਚਿਓ, ਇਹ ਪੌਦਿਆਂ ਦੇ ਪੱਤਿਆਂ ਦੇ ਵਿੱਚ ਛੋਟੇ ਛੋਟੇ ਛੇਦ ਹੁੰਦੇ ਹਨ ਜਿਨ੍ਹਾਂ ਦੇ ਰਾਹੀਂ ਪੌਦੇ ਸਾਹ ਕਿਰਿਆ ਕਰਦੇ ਹਨ। ਪ੍ਰਕਾਸ਼ ਸੰਸਲੇਸ਼ਨ। ਇਹ ਇੱਕ ਉਹ ਕਿਰਿਆ ਹੁੰਦੀ ਹੈ ਜਿਸ ਦੁਆਰਾ ਪੌਦੇ ਕਲੋਰੋਫਿਲ ਅਤੇ ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿੱਚ ਆਪਣਾ ਭੋਜਨ ਤਿਆਰ ਕਰਦੇ ਹਨ। ਕੀਟ ਖਾਣ ਵਾਲੇ ਪੌਦੇ। ਇਹ ਉਹ ਪੌਦੇ ਹੁੰਦੇ ਹਨ ਜੋ ਆਪਣੀ ਨਾਈਟ੍ਰੋਜਨ ਦੀ ਪੂਰਤੀ ਨੂੰ ਪੂਰਾ ਕਰਨ ਦੇ ਲਈ ਕੀਟਾਂ ਨੂੰ ਖਾਂਦੇ ਹਨ, ਭਾਵੇਂ ਇਹ ਪ੍ਰਕਾਸ਼ ਸੰਸਲੇਸ਼ਨ ਦੇ ਦੁਆਰਾ ਆਪਣਾ ਭੋਜਨ ਬਣਾ ਸਕਦੇ ਹਨ। ਪਰਜੀਵੀ। ਇਹ ਉਹ ਪੌਦੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ। ਇਹ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ। ਇਹ ਆਪਣੇ ਭੋਜਨ ਦੇ ਲਈ ਦੂਸਰੇ ਪੌਦਿਆਂ ਦੇ ਉੱਤੇ ਨਿਰਭਰ ਕਰਦੇ ਹਨ, ਭਾਵ ਉਹਨਾਂ ਦੇ ਵਿੱਚ ਪੋਸ਼ਣ ਦੀ ਕਮੀ ਕਰਦੇ ਹਨ। ਉੱਲੀ। ਇਹ ਮਿਰਤ ਆਹਾਰੀ ਜੀਵ ਹੁੰਦੇ ਹਨ। ਇਹਨਾਂ ਦੇ ਵਿੱਚ ਵੀ ਕਲੋਰੋਫਿਲ ਨਹੀਂ ਹੁੰਦੀ। ਇਹ ਆਪਣਾ ਭੋਜਨ ਗਲੀਆਂ ਹੋਈਆਂ ਸੜੀਆਂ ਹੋਈਆਂ ਚੀਜ਼ਾਂ ਤੋਂ ਪ੍ਰਾਪਤ ਕਰਦੇ ਹਨ। ਇਹ ਉਹਨਾਂ ਵਸਤੂਆਂ ਦੇ ਉੱਪਰ ਐਂਜ਼ਾਈਮ ਛੱਡਦੇ ਹਨ ਅਤੇ ਪਦਾਰਥਾਂ ਨੂੰ ਤਰਲ ਅਵਸਥਾ ਵਿੱਚ ਬਦਲ ਦਿੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਆਪਣੀ ਸਤ੍ਹਾ ਦੇ ਉੱਤੋਂ ਦੀ ਸੋਖ ਲੈਂਦੇ ਹਨ। ਮ੍ਰਿਤ ਜੀਵੀ। ਇਹ ਉਹ ਜੀਵ ਹੁੰਦੇ ਹਨ ਜੋ ਮਰੀਆਂ ਹੋਈਆਂ ਚੀਜ਼ਾਂ ਜਿਵੇਂ ਉੱਲੀਆਂ ਆਦਿ ਨੂੰ ਆਪਣਾ ਭੋਜਨ ਬਣਾਉਂਦੇ ਹਨ। ਸਹਿਜੀਵੀ। ਇਹ ਦੋ ਜੀਵਾਂ ਦੇ ਵਿੱਚ ਅਲੱਗ-ਅਲੱਗ ਸ਼੍ਰੇਣੀਆਂ ਦੇ ਜੀਵਾਂ ਦੇ ਵਿੱਚ ਸੰਬੰਧ ਹੁੰਦਾ ਹੈ, ਜਿਸ ਵਿੱਚ ਇੱਕ ਜੀਵ ਦੂਸਰੇ ਨੂੰ ਆਸਰਾ, ਪਾਣੀ, ਪੋਸ਼ਕ ਅਤੇ ਦੂਸਰਾ ਜੀਵ ਉਸ ਨੂੰ ਭੋਜਨ ਦਿੰਦਾ ਹੈ। ਜਿਵੇਂ ਕਿ ਰੁੱਖਾਂ ਦੀਆਂ ਜੜ੍ਹਾਂ ਦੇ ਵਿੱਚ ਉੱਲੀਆਂ ਸਹਿਜੀਵੀ ਹੁੰਦੀਆਂ ਹਨ ਅਤੇ ਲਾਈਕਨ ਜੋ ਕਿ ਕਾਈ ਅਤੇ ਉੱਲੀ ਦੇ ਸਹਿਜੀਵੀ ਹੁੰਦੇ ਹਨ। ਪੋਸ਼ਕ। ਇਹ ਉਹ ਪਦਾਰਥ ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਹੋਰ ਖਣਿਜ ਜੋ ਪੌਦੇ ਨੂੰ ਆਪਣੇ ਵਾਧੇ ਦੇ ਲਈ, ਆਪਣੀ ਸੰਤਾਨ ਪੈਦਾ ਕਰਨ ਦੇ ਲਈ ਜ਼ਰੂਰੀ ਹੁੰਦੇ ਹਨ। ਸਵੈਪੋਸ਼ੀ। ਇਹ ਉਹ ਜੀਵ ਹੁੰਦੇ ਹਨ ਜੋ ਆਪਣਾ ਭੋਜਨ ਆਪ ਬਣਾ ਸਕਦੇ ਹਨ, ਜਿਵੇਂ ਕਿ ਹਰੇ ਪੌਦੇ। ਪਰਪੋਸ਼ੀ। ਇਹ ਉਹ ਜੀਵ ਹੁੰਦੇ ਹਨ ਜੋ ਆਪਣਾ ਭੋਜਨ ਨਹੀਂ ਬਣਾ ਸਕਦੇ। ਇਹ ਆਪਣੇ ਭੋਜਨ ਦੇ ਲਈ ਕਿਸੇ ਦੂਸਰਿਆਂ ਦੇ ਉੱਪਰ ਨਿਰਭਰ ਕਰਦੇ ਹਨ। ਬਿਖਮਪੋਸ਼ੀ। ਇਹ ਉਹ ਜੀਵ ਹੁੰਦੇ ਹਨ ਜਿਵੇਂ ਕਿ ਮਨੁੱਖ ਅਤੇ ਸਾਰੇ ਜੰਤੂ ਜੋ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ। ਇਹ ਹਮੇਸ਼ਾ ਹੀ ਆਪਣੇ ਭੋਜਨ ਦੇ ਲਈ ਦੂਸਰਿਆਂ ਦੇ ਉੱਪਰ ਨਿਰਭਰ ਕਰਦੇ ਹਨ। ਉਹਨਾਂ ਨੂੰ ਅਸੀਂ ਬਿਖਮਜੀਵੀ ਆਖਦੇ ਹਾਂ। ਪਿਆਰੇ ਬੱਚਿਓ,
ਤੁਸੀਂ ਕੀ ਸਿੱਖਿਆ ਹੈ? What you have learnt? ਸਾਰੇ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ ਵਰਤੋਂ ਉਹ ਆਪਣੇ ਵਾਧੇ ਅਤੇ ਸਰੀਰ ਦੇ ਰੱਖ ਰਖਾਵ ਲਈ ਜ਼ਰੂਰੀ ਊਰਜਾ ਪ੍ਰਾਪਤ ਲਈ ਕਰਦੇ ਹਨ। ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੁਆਰਾ ਆਪਣਾ ਭੋਜਨ ਆਪ ਸੰਸਲਿਸ਼ਟ ਕਰਦੇ ਹਨ। ਹਰੇ ਪੌਦੇ ਕਾਰਬਨ ਡਾਈਆਕਸਾਈਡ, ਪਾਣੀ ਅਤੇ ਖਣਿਜ ਵਰਗੇ ਸਰਲ ਰਸਾਇਣਕ ਪਦਾਰਥਾਂ ਦੀ ਵਰਤੋਂ ਭੋਜਨ ਸੰਸਲੇਸ਼ਨ ਲਈ ਕਰਦੇ ਹਨ। ਪ੍ਰਕਾਸ਼ ਸੰਸਲੇਸ਼ਨ ਲਈ ਕਲੋਰੋਫਿਲ ਅਤੇ ਸੂਰਜ ਦਾ ਪ੍ਰਕਾਸ਼ ਜ਼ਰੂਰੀ ਹੈ। ਕਾਰਬੋਹਾਈਡਰੇਟ ਵਰਗੇ ਜਟਿਲ ਰਸਾਇਣਕ ਪਦਾਰਥ ਪ੍ਰਕਾਸ਼ ਸੰਸਲੇਸ਼ਨ ਦੀਆਂ ਉਪਜਾਂ ਹਨ। ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਵਿੱਚ ਕਲੋਰੋਫਿਲ ਦੀ ਸਹਾਇਤਾ ਨਾਲ ਪੌਦਿਆਂ ਦੁਆਰਾ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ। ਉੱਲੀ ਆਪਣਾ ਪੋਸ਼ਣ ਮਿਰਤ ਅਤੇ ਅਪਘਟਿਤ ਜੈਵ ਪਦਾਰਥਾਂ ਤੋਂ ਪ੍ਰਾਪਤ ਕਰਦੀ ਹੈ। ਉਹ ਮ੍ਰਿਤ ਜੀਵੀ ਅਖਵਾਉਂਦੇ ਹਨ। ਅਮਰਬੇਲ ਵਰਗੇ ਪੌਦੇ ਪਰਪੋਸ਼ੀ ਹਨ। ਉਹ ਸਵੈਪੋਸ਼ੀ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਕੁਝ ਪੌਦੇ ਅਤੇ ਹੋਰ ਸਾਰੇ ਜੀਵ ਆਪਣੇ ਪੋਸ਼ਣ ਲਈ ਦੂਜੇ ਜੀਵਾਂ ਉੱਤੇ ਨਿਰਭਰ ਹੁੰਦੇ ਹਨ, ਇਸ ਲਈ ਉਹ ਪਰਪੋਸ਼ੀ ਅਖਵਾਉਂਦੇ ਹਨ। ਅਭਿਆਸ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਪਰਜੀਵੀ ਅਤੇ ਮ੍ਰਿਤ ਜੀਵੀ ਵਿੱਚ ਅੰਤਰ ਸਪਸ਼ਟ ਕਰੋ। ਤੁਸੀਂ ਪੱਤੇ ਵਿੱਚ ਸਟਾਰਚ ਦੀ ਮੌਜੂਦਗੀ ਦਾ ਨਿਰੀਖਣ ਕਿਵੇਂ ਕਰੋਗੇ? ਹਰੇ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੀ ਸੰਖੇਪ ਵਿਆਖਿਆ ਕਰੋ। ਕਿਸੇ ਪ੍ਰਵਾਹ ਚਿੱਤਰ ਦੀ ਸਹਾਇਤਾ ਨਾਲ ਦਰਸਾਓ ਕਿ ਪੌਦੇ ਭੋਜਨ ਦੇ ਮੂਲ ਸਰੋਤ ਹਨ। ਹੇਠਾਂ ਲਿਖਿਆਂ ਦੇ ਸੰਬੰਧਿਤ ਪਰਿਭਾਸ਼ਿਤ ਸ਼ਬਦ ਲਿਖੋ। ਊੜਾ ਕਮਜ਼ੋਰ ਤਣੇ ਵਾਲਾ ਪਰਜੀਵੀ ਪੌਦਾ। ਐੜਾ ਇੱਕ ਪੌਦਾ ਜਿਸ ਵਿੱਚ ਸਵੈ ਪੋਸ਼ਣ ਅਤੇ ਵਿਖਮ ਪੋਸ਼ਣ ਦੋਵੇਂ ਹੀ ਪ੍ਰਣਾਲੀਆਂ ਮਿਲਦੀਆਂ ਹਨ। ਈੜੀ ਉਹ ਛਿਦਰ ਜਿਨ੍ਹਾਂ ਦੇ ਦੁਆਰਾ ਪੱਤਿਆਂ ਵਿੱਚ ਗੈਸਾਂ ਦਾ ਵਟਾਂਦਰਾ ਹੁੰਦਾ ਹੈ। ਖਾਲੀ ਥਾਵਾਂ ਦੀ ਪੂਰਤੀ ਕਰੋ। ਊੜਾ ਕਿਉਂਕਿ ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ, ਇਸ ਲਈ ਉਹਨਾਂ ਨੂੰ ਡੈਸ਼ ਆਖਦੇ ਹਨ। ਐੜਾ ਪੌਦਿਆਂ ਦੁਆਰਾ ਸੰਸਲਿਸ਼ਟ ਭੋਜਨ ਦਾ ਭੰਡਾਰਨ ਡੈਸ਼ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਈੜੀ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਵਿੱਚ ਜਿਸ ਵਰਣਕ ਦੇ ਦੁਆਰਾ ਸੂਰਜੀ ਊਰਜਾ ਸੰਗ੍ਰਹਿਤ ਕੀਤੀ ਜਾਂਦੀ ਹੈ, ਉਸ ਨੂੰ ਡੈਸ਼ ਕਹਿੰਦੇ ਹਨ। ਸੱਸਾ ਪ੍ਰਕਾਸ਼ ਸੰਸਲੇਸ਼ਨ ਵਿੱਚ ਪੌਦੇ ਵਾਯੂਮੰਡਲ ਵਿੱਚੋਂ ਡੈਸ਼ ਲੈਂਦੇ ਹਨ ਅਤੇ ਡੈਸ਼ ਦਾ ਉਤਪਾਦਨ ਕਰਦੇ ਹਨ। ਸਹੀ ਉੱਤਰ ਉੱਤੇ ਠੀਕ ਦਾ ਨਿਸ਼ਾਨ ਲਗਾਓ। ਊੜਾ ਅਮਰਬੇਲ ਉਦਾਹਰਨ ਹੈ ਕਿਸੇ ਪਹਿਲਾ ਸਵੈਪੋਸ਼ੀ ਦੀ, ਦੂਜਾ ਪਰਜੀਵੀ ਦੀ, ਤੀਜਾ ਮ੍ਰਿਤ ਜੀਵੀ ਦੀ, ਚੌਥਾ ਪਰਪੋਸ਼ੀ ਦੀ। ਐੜਾ ਕੀਟਾਂ ਨੂੰ ਫੜ ਕੇ
ਆਪਣਾ ਭੋਜਨ ਬਣਾਉਣ ਵਾਲੇ ਪੌਦੇ ਦਾ ਨਾਂ। ਪਹਿਲਾ ਅਮਰਵੇਲ, ਦੂਜਾ ਪ੍ਰਪੋਸ਼ਿਤ, ਤੀਜਾ ਘੜਾ ਬੂਟੀ ਮੀਨਸ ਪਿਚਰ ਪਲਾਂਟ, ਚੌਥਾ ਗੁਲਾਬ। ਪਿਆਰੇ ਬੱਚਿਓ, ਮੈਨੂੰ ਆਸ ਹੈ ਕਿ ਤੁਸੀਂ ਇਸ ਲੈਸਨ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਹੋਵੇਗਾ। ਬੱਚਿਓ, ਤੁਸੀਂ ਇਸ ਦੀ ਆਪਣੀ ਕਿਤਾਬ ਦੀ ਸਹਾਇਤਾ ਦੇ ਨਾਲ ਦੁਹਰਾਈ ਕਰਨੀ ਹੈ ਅਤੇ ਵਧੀਆ ਅੰਕ ਲੈ ਕੇ ਪਾਸ ਹੋਣਾ ਹੈ। ਧੰਨਵਾਦ।